आचार्य जी क्लासिस गुरदासपुर 9463375543। ਜਿਹੜਾ ਟੌਪਿਕ ਹੈਗਾ ਅੱਜ ਦਾ ਮੈਂ ਐਗਰੀਕਲਚਰ ਨਾਲ ਰਿਲੇਟਡ ਕਰਾਉਣ ਜਾ ਰਿਹਾ ਰੱਬੀ ਕ੍ਰੌਪਸ। ਰੱਬੀ ਕ੍ਰੌਪਸ ਜਿਹੜੀਆਂ ਫਸਲਾਂ ਹੁੰਦੀਆਂ ਉਹ ਹੁੰਦੀਆਂ ਹਾੜੀ ਦੀਆਂ ਫਸਲਾਂ। ਹਾੜੀ ਦੀਆਂ ਫਸਲਾਂ ਜਿਹੜੀਆਂ ਹੁੰਦੀਆਂ ਮਤਲਬ ਸਰਦੀਆਂ ਦੇ ਐਂਡ ਦੇ ਵਿੱਚ ਮਤਲਬ ਜਾਂ ਸਰਦੀਆਂ ਦੇ ਵਿੱਚ ਉਗਾਈਆਂ ਜਾਂਦੀਆਂ ਔਰ ਉਹਨੂੰ ਇਹਨਾਂ ਫਸਲਾਂ ਨੂੰ ਗਰਮੀਆਂ ਦੇ ਸਟਾਰਟਿੰਗ ਦੇ ਵਿੱਚ ਵੱਢਿਆ ਜਾਂਦਾ ਹੈਗਾ, ਕੱਟਿਆ ਜਾਂਦਾ। ਜਿੱਦਾਂ ਮੇਨ ਫਸਲਾਂ ਦੀ ਕਣਕ, ਵੀਟ। ਔਰ ਵੀਟ ਦੇ ਵਿੱਚ ਤੁਸੀਂ ਯਾਦ ਕਰਨਾ ਹੈਗਾ ਕਿ ਗਰੋਥ ਇਨ ਪੰਜਾਬ, ਇਹਦੇ ਵਿੱਚ ਕਰਨਾ ਹੈਗਾ ਇਹ ਚੀਜ਼। ਗਰੋਥ ਇਨ ਪੰਜਾਬ ਹੈਜ਼ ਬੀਨ ਕਲੋਜ਼ਲੀ ਐਸੋਸੀਏਟਡ ਵਿਦ ਵੈਲ ਨੋਨ ਗ੍ਰੀਨ ਰੈਵੋਲੂਸ਼ਨ। ਔਰ ਜਿਹੜੀ ਕਣਕ ਦੀ ਜਿਹੜੀ ਫਸਲ ਹੈਗੀ ਹੈ ਇਹਦਾ ਸਿੱਧਾ ਸੰਬੰਧ ਗ੍ਰੀਨ ਰੈਵੋਲੂਸ਼ਨ ਨਾਲ ਆਉਂਦਾ, ਹਰੀ ਕ੍ਰਾਂਤੀ ਦੇ ਨਾਲ ਆਉਂਦਾ, ਠੀਕ ਹੈ। ਔਰ ਇਹਦੇ ਵਿੱਚ ਕਰਨਾ ਤੁਸੀਂ ਨੈਕਸਟ ਕਿ ਵਿਚ ਦ ਗ੍ਰੀਨ ਰੈਵੋਲੂਸ਼ਨ ਵਾਜ਼ ਐਨ ਇੰਡੀਵਰ ਇਨੀਸ਼ੀਏਟਡ ਬਾਈ ਨੋਰਮਨ ਬੋਰਲੌਗ ਇਨ 1970। ਜਿਹੜਾ ਗ੍ਰੀਨ ਰੈਵੋਲੂਸ਼ਨ ਦਾ ਕੰਸੈਪਟ ਹੈ ਜਿਹੜਾ ਹੈਗਾ ਉਹ ਨੋਰਮਨ ਬੋਰਲੌਗ ਨੇ ਦਿੱਤਾ ਸੀ। ਔਰ ਫਾਦਰ ਆਫ ਆਪਣੇ ਗ੍ਰੀਨ ਰੈਵੋਲੂਸ਼ਨ ਇਨ ਇੰਡੀਆ ਉਹ MS ਸਵਾਮੀਨਾਥਨ ਹੈਗੇ ਨੇ, ਠੀਕ ਹੈ। ਔਰ ਇਹਦੇ ਵਿੱਚ ਤੁਸੀਂ ਹੁਣ ਕਿੱਦਾਂ ਦੀ ਹੈ ਵੀਟ ਕੰਡੀਸ਼ਨਸ ਫਾਰ ਗਰੋਥ, ਮੇਨ ਆਏਗਾ ਕੰਡੀਸ਼ਨ ਫਾਰ ਗਰੋਥ ਕਿੱਦਾਂ ਦੀ ਹੁੰਦੀ ਕਿ ਇਹਨੂੰ ਉਗਾਉਣ ਦੇ ਲਈ ਕਲਾਈਮੇਟ ਕਿੱਦਾਂ ਦਾ ਚਾਹੀਦਾ। ਪਹਿਲਾਂ ਆਉਂਦਾ ਇਟ ਨੀਡਸ ਕੂਲ ਕਲਾਈਮੇਟ ਡਿਊਰਿੰਗ ਅਰਲੀ ਸਟੇਜ ਆਫ ਇਟਸ ਗਰੋਥ। ਇਹਨੂੰ ਕੂਲ ਕਲਾਈਮੇਟ ਚਾਹੀਦਾ ਗਰੋਥ ਦੇ ਟਾਈਮ 'ਤੇ, ਉਗਾਉਣ ਦੇ ਟਾਈਮ 'ਤੇ। ਬਹੁਤੀ ਜ਼ਿਆਦਾ ਆਪਣੇ ਠੰਡ ਨਹੀਂ ਹੋਣੀ ਚਾਹੀਦੀ, ਕੂਲ ਮਤਲਬ ਕੂਲ ਹੋਣਾ ਚਾਹੀਦਾ, ਬਹੁਤਾ ਜ਼ਿਆਦਾ ਗਰਮੀ ਨਹੀਂ ਪੈਣੀ ਚਾਹੀਦੀ ਅਤੇ ਬਹੁਤ ਜ਼ਿਆਦਾ ਠੰਡ ਵੀ ਨਹੀਂ ਚਾਹੀਦੀ ਗਰੋਥ ਦੇ ਟਾਈਮ। ਔਰ ਨੈਕਸਟ ਆਉਂਦਾ and warm temperature at this stage is unfavorable to tillering and also promote several diseases, ਠੀਕ ਹੈ। ਔਰ ਸਟਾਰਟਿੰਗ ਦੇ ਵਿੱਚ ਇਹਨੂੰ ਜ਼ਿਆਦਾ ਗਰਮੀ ਨਹੀਂ ਚਾਹੀਦੀ ਹੈਗੀ ਇਹਨੂੰ ਕਣਕ ਨੂੰ। ਰੇਨਫਾਲ ਕਿੱਦਾਂ ਦੀ ਚਾਹੀਦੀ ਹੈ 75 ਸੈਂਟੀਮੀਟਰ ਮੈਕਸੀਮਮ ਔਰ 20 ਤੋਂ 25 ਸੈਂਟੀਮੀਟਰ ਮਿਨੀਮਮ, ਮਤਲਬ 75 ਸੈਂਟੀਮੀਟਰ ਤੋਂ ਵਧਣੀ ਨਹੀਂ ਚਾਹੀਦੀ, ਠੀਕ ਹੈ। ਬਾਰਿਸ਼ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਕਣਕ ਦੀ ਫਸਲ ਖਰਾਬ ਹੋ ਜਾਂਦੀ ਹੈ। ਟੈਂਪਰੇਚਰ ਕਿੱਦਾਂ ਦਾ ਚਾਹੀਦਾ 21 ਤੋਂ 26 ਡਿਗਰੀ ਸੈਲਸੀਅਸ ਦੇ ਵਿੱਚ, ਠੀਕ ਹੈ, ਟੈਂਪਰੇਚਰ ਚਾਹੀਦਾ। ਨੈਕਸਟ ਸੋਇਲ, ਸੋਇਲ ਵਿਦ ਕਲੇ ਲੋਮ ਔਰ ਲੋਮ ਟੈਕਸਚਰ। ਕਿੱਦਾਂ ਦੀ ਮਿੱਟੀ ਚਾਹੀਦੀ ਕਲੇ ਲੋਮ ਔਰ ਲੋਮ ਟੈਕਸਚਰ। ਲੋਮੀ ਸੋਇਲ ਜਿਹੜੀ ਹੈਗੀ ਸਭ ਤੋਂ ਵਧੀਆ ਹੋਏਗੀ, ਜਾਂ ਆਪਸ਼ਨ ਹੋਏਗੀ ਕਲੇ ਲੋਮ ਆਏਗੀ ਆਨਸਰ ਦੇ ਵਿੱਚ, ਜਾਂ ਲੋਮ ਟੈਕਸਚਰ ਦੇ ਵਿੱਚ। ਗੁੱਡ ਸਟਰਕਚਰ ਐਂਡ ਮੋਡਰੇਟ ਵਾਟਰ ਹੋਲਡਿੰਗ ਕਪੈਸਿਟੀ ਆਰ ਆਈਡੀਅਲ ਫਾਰ ਵੀਟ ਕਲਟੀਵੇਸ਼ਨ। ਹੈਵੀ ਸੋਇਲ ਵਿਦ ਗੁੱਡ ਡਰੇਨੇਜ ਇਜ਼ ਸੂਟੇਬਲ ਫਾਰ ਵੀਟ ਕਲਟੀਵੇਸ਼ਨ ਅੰਡਰ ਡਰਾਈ ਕੰਡੀਸ਼ਨ। ਔਰ ਇਰੀਗੇਸ਼ਨ ਜਿਹੜੀ ਹੈਗੀ ਹੈ, ਇਰੀਗੇਸ਼ਨ 'ਚ ਕੁਐਸਚਨ ਵੈਸੇ ਬਣਦਾ ਨਹੀਂ ਹੈਗਾ, ਠੀਕ ਹੈ। ਨੈਕਸਟ ਆਉਂਦਾ ਤੁਹਾਡਾ ਮੇਨ, ਹੁਣ ਇਹਦੀਆਂ ਵੈਰਾਈਟੀਜ਼ ਯਾਦ ਰੱਖਿਓ। PBW 752, ਠੀਕ ਹੈ, ਇਹ ਲੇਟ ਵੈਰਾਈਟੀ ਹੈਗੀ। ਦਿਸ ਵੈਰਾਈਟੀ ਸੂਟੇਬਲ ਫਾਰ ਸੋਇੰਗ ਇਨ ਇਰੀਗੇਟਡ ਕੰਡੀਸ਼ਨ। ਐਂਡ PBW1 ZN, ਠੀਕ ਹੈ। ਉन्नत PBW 343, WH 542, PBW 725 ਐਂਡ PBW 677, HD 2851, ਠੀਕ ਹੈ। WHD 912, HD 3043, WH 1105, PBW 1660 660, PBW 502, HD 3086, ਇਹਨੂੰ ਪੂਸਾ ਗੌਤਮ ਵੀ ਕਹਿੰਦੇ ਆ, HD 2967, ਠੀਕ ਹੈ। ਇਹ ਚੰਗੀ ਤਰ੍ਹਾਂ ਜਿਹੜੀਆਂ ਨਾਮ ਯਾਦ ਕਰ ਲੈਣੇ। DBW 17, PBW 621, उन्नत PBW 550, TL 2908, PBW 175, PBW 527, WHD 943, PDW 291, PDW 233, 509, 373। अदर वैरायटी ਕਿਹੜੀ ਹੈਗੀ ਰਾਜ 3765, UP 38, UP 2328, सोनालिका, कल्याण सोना, ठीक है, इंपॉर्टेंट है। सोनालिका हो गई, कल्याण सोना हो गई, UP 368। इदा के नाम ज़्यादा क्वेश्चन पूछे जाते हैं, ठीक है। और नाल होर लिखी दी है भी तुसीं रीड कर लियो। अगे की है सोइंग एंड हारवेस्टिंग। सोइंग होंदा उगाना, टाइम ऑफ सोइंग की है वीट मस्ट बी सोन इन द ऑप्टिमम टाइम, डिलेड सोइंग कॉज ए ग्रैजुअल डिकलाइन इन द यील्ड। और सोइंग टाइम की है 25 अक्तूबर तो लैके नवंबर के कणक उगानी पैंदी है, मतलब अक्तूबर एंड द लास्ट वीक ऑफ अक्तूबर तो और महीना जोड़ा नैक्सट नवंबर के कणक नूं उगा सकते हैं। नॉर्मल सोन स्पेसिंग, स्पेस कितनी होनी चाहिए बूटियां दे विचकार 20 तो 22.5 सेंटीमीटर के विचकार स्पेसिंग होनी चाहिए, ठीक है, कर लियो। सोइंग डैप्थ शुड भी 4 तो 5 सेंटीमीटर जी कणक जी हैगी डूंगी उगानी चाहिए है। और सोइंग के मैथड किदां दे हुंदे आ
ਇਹ ਮੈਥਡ ਹੁੰਦਾ ਸੀਡ ਡਰਿਲ ਕਰਨਾ, ਬਰੋਡਕਾਸਟਿੰਗ ਮੈਥਡ, ਜ਼ੀਰੋ ਟਿਲੇਜ ਡਰਿਲ ਤੇ ਰੋਟਾਵੇਟਰ। ਠੀਕ ਹੈ, ਰੋਟਾਵੇਟਰ ਜਿਹੜੀ ਇਹ ਚਾਰੇ ਜਿਹੜੀਆਂ ਤਕਨੀਕਸ ਹੈਗੀ ਜਿਨ੍ਹਾਂ ਨਾਲ ਆਪਾਂ ਉਗਾ ਸਕਦੇ ਹਾਂ ਕਣਕ। ਠੀਕ ਹੈ, ਜ਼ਿਆਦਾ ਡਿਟੇਲ 'ਚ ਕਰਨ ਦੀ ਜ਼ਰੂਰਤ ਨਹੀਂ ਹੈ। ਨੈਕਸਟ ਆ ਬਾਰਲੇ ਜਿਹਨੂੰ ਆਪਾਂ ਜੌਂ ਕਹਿੰਦੇ ਹੈਗੇ ਆ। ਬਾਰਲੇ ਦੀ ਜਿਹੜੇ ਹੈਗਾ ਸਾਇੰਟੀਫਿਕ ਨੇਮ ਹੈ ਦੈਟ ਇਜ਼ ਹੋਰਡੀਅਮ ਵੁਲਗੇਰ ਐਲ। ਠੀਕ ਹੈ, ਔਰ ਇਹਦੇ ਕਲਾਈਮੇਟ ਕੰਡੀਸ਼ਨ ਕਿੱਦਾਂ ਦੀ ਹੈਗੀ ਹੈ, ਇਹਦੀ ਕਲਾਈਮੇਟ ਹੈ ਰਿਕੁਆਇਰ ਕੂਲ ਵੈਦਰ ਐਟ ਗਰੋਥ ਐਂਡ ਵਾਰਮ ਐਂਡ ਡਰਾਈ ਵੈਦਰ ਐਟ ਮੈਚਿਓਰਟੀ। ਜਦੋਂ ਉਗਾਉਣਾ ਹੈ ਇਹਨੂੰ ਉਦੋਂ ਕੂਲ ਟੈਂਪਰੇਚਰ ਚਾਹੀਦਾ, ਔਰ ਬਾਰਿਸ਼ ਜਿਹੜੀ ਹੈਗੀ ਆ ਉਹ 80 ਤੋਂ 110 ਮਿਲੀਮੀਟਰ ਹੋਣੀ ਚਾਹੀਦੀ ਹੈ। ਟੈਂਪਰੇਚਰ 12 ਤੋਂ 32 ਡਿਗਰੀ ਸੈਲਸੀਅਸ ਦੇ ਵਿੱਚ ਚੰਗਾ ਹੋਏਗਾ ਬਾਰਲੇ ਸੋਇਲ। ਇਹਦੇ ਵਿੱਚ ਲਾਈਟ ਐਂਡ ਸਲਾਈਨ ਸੋਇਲ ਜਿਹੜੀ ਹੈਗੀ ਆ ਉਹ ਚੱਲੇਗੀ। ਠੀਕ ਹੈ, ਇੱਕ ਆ ਕਰ ਲਿਓ। ਬਾਰਲੇ ਦੀਆਂ ਜਿਹੜੀ ਵੈਰਾਈਟੀ ਹੈਗੀਆਂ ਮੈਂ ਸਾਰੀਆਂ ਦੱਸ ਦਿੰਦਾ, ਤੁਸੀਂ ਆਪੇ ਪੜ੍ਹ ਲਿਓ। ਬਸ ਇਹਦੇ ਨਾਮ ਯਾਦ ਕਰਨੇ ਆ, ਮੈਂ ਥੋੜ੍ਹੀ ਜਿਹੀ ਨਜ਼ਰ ਮਾਰ ਦੇਣਾ, ਤੁਸੀਂ ਪੌਜ਼ ਕਰਕੇ ਜਿਹੜੀ ਵੀਡੀਓ ਜਿਹੜੀ ਹੈਗੀ ਆ ਉਹਨੂੰ ਜਿਹੜੀ ਹੈਗੀ ਆ ਦੇਖ ਸਕਦੇ ਹੋ। ਠੀਕ ਹੈ, ਮੈਂ ਸਾਰੇ ਦੱਸਣਾ, ਬਸ ਨਾਮ ਤੁਸੀਂ ਮੇਨ ਯਾਦ ਕਰਨੇ ਹੈਗੇ ਆ। ਠੀਕ ਹੈ, ਵੀਡੀਓ ਨੂੰ ਪੌਜ਼ ਕਰਕੇ ਇਹਦੇ ਨਾਮ ਨੋਟ ਕਰ ਲਿਓ। ਠੀਕ ਹੈ, ਔਰ ਜ਼ਿਆਦਾ ਇਹਨੂੰ ਠੀਕ ਹੈ ਕਰ ਲਿਓ ਇਹਨੂੰ। ਠੀਕ ਹੈ, ਅभी ਥੋੜ੍ਹਾ ਬਹੁਤਾ ਇਹਨੂੰ ਸਟੱਡੀ ਕਰ ਲਿਓ ਸਪੇਸੀ। ਨੈਕਸਟ ਸੁਣੋ, ਅੱਗੇ ਆਉਂਦਾ ਲੈਂਟਿਲ ਹੁੰਦੇ ਮਸਰ। ਠੀਕ ਹੈ, ਇਟ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਪ੍ਰੋਟੀਨ ਰਿਚ ਪਲਸ ਕ੍ਰੋਪ ਹੁੰਦੀ ਹੈ। ਇਟ ਇਜ਼ ਮੋਸਟਲੀ ਈਟਨ ਐਜ਼ ਅ ਦਾਲ ਬਾਈ ਸਪਿਟਿੰਗ ਇਨਟੂ 2 ਕੋਟੀਲੀਡੋਨਸ ਡੀਪ ਔਰੇਂਜ ਰੈੱਡ ਯੈਲੋ। ਓਕੇ, ਇਹਦੇ ਵਿੱਚ ਕਲਾਈਮੇਟ ਆਉਣਾ, ਇਟ ਰਿਕੁਆਇਰ ਕੂਲ ਕਲਾਈਮੇਟ। ਮੌਸਮ ਕਿੱਦਾਂ ਦਾ ਚਾਹੀਦਾ, ਕੂਲ ਕਲਾਈਮੇਟ ਚਾਹੀਦਾ। ਇਟ ਕੈਨ ਟੋਲਰੇਟ ਫਰੋਸਟ ਐਂਡ ਸੀਵੀਅਰ ਵਿੰਟਰ। ਇਹ ਜਿਹੜੀ ਫਸਲ ਹੈਗੀ ਹੈ ਉਹ ਕੋਹਰੇ ਤੋਂ ਅਤੇ ਠੰਡ ਤੋਂ ਬਚ ਸਕਦੀ ਹੈ। ਰੇਨਫੋਲ ਕਿੰਨੀ ਚਾਹੀਦੀ, 100 ਸੈਂਟੀਮੀਟਰ ਚਾਹੀਦੀ ਹੈ। ਠੀਕ ਹੈ, ਮਸਰ ਨੂੰ, ਔਰ ਟੈਂਪਰੇਚਰ ਚਾਹੀਦਾ 18 ਤੋਂ 20 ਦੇ ਵਿਚਕਾਰ। ਔਰ ਲੈਂਟਿਲ ਕੈਨ ਬੀ ਗਰੋਡ ਔਨ ਆਲ ਟਾਈਪ ਆਫ ਸੋਲਾਈਨ ਅਲਕੇਲਿਨ ਵਾਟਰਲੋਗਡ ਸੋਇਲ should be avoided. ਸੈਲਾਈਨ ਅਲਕੇਲਿਨ ਔਰ ਵਾਟਰਲੋਸ ਸੋਇਲ ਜਿਹੜੀਆਂ ਹੈ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ। ਸੋਇਲ ਸ਼ੁੱਡ ਬੀ ਫਰਾਈਬਲ ਐਂਡ ਵੈਲ ਫਰੀ ਡੈਟਸ। ਓਕੇ, ਨੈਕਸਟ ਹੈ ਇਰੀਗੇਸ਼ਨ ਦੀ ਵੈਸੇ ਜ਼ਰੂਰਤ ਨਹੀਂ ਹੈ। ਨੈਕਸਟ ਹੈ ਲੈਂਟਿਲ ਦੀ ਤੁਸੀਂ ਮੇਨ ਵੈਰਾਈਟੀਜ਼ ਦੇ ਨਾਮ ਨੋਟ ਕਰ ਲਓ। LR 699, 931, ਬੰਬੇ 18, DPL 15, 62, ਕੇ 75, ਪੂਸਾ 4076। ਠੀਕ ਹੈ, ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਤੁਸੀਂ। ਬਾਕੀ ਇਹ ਥੋੜ੍ਹਾ ਬਹੁਤ ਪੜ੍ਹ ਲਿਓ ਕਿ ਨਾ ਦਾ ਕਦੋਂ ਕਿਹਦੇ ਵਿੱਚ ਬੀਜੀ ਜਾਂਦੀ ਹੈਗੀ, ਇਹ ਤੋਂ ਕਦੋਂ ਕੱਟੀ ਜਾਂਦੀ ਹੈ। ਠੀਕ ਹੈ, ਨੈਕਸਟ ਆਉਂਦੀ ਮਸਟਰਡ ਹੈਗਾ ਤੁਹਾਡੀ ਸਰੋਂ। ਇੰਡੀਆਜ਼ 4th ਲਾਰਜੈਸਟ ਕੰਟਰੀਬਿਊਟਰ ਆਫ ਆਇਲ ਸੀਡ ਐਂਡ ਰੇਪ ਸੀਡ ਐਂਡ ਮਸਟਰਡ ਕੰਟਰੀਬਿਊਟ ਅਬਾਊਟ 28.6% ਟੋਟਲ ਆਇਲ ਸੀਡ ਪ੍ਰੋਡਕਸ਼ਨ। ਮਸਟਰਡ ਸਰੋਂ ਹੁੰਦੀ ਜਿਹੜੀ ਤੇਲ ਨਿਕਲਦਾ ਜਿਹਦਾ। ਇਹਦੇ ਵਿੱਚ ਹੁਣ ਕਲਾਈਮੇਟ ਕੰਡੀਸ਼ਨ ਪੜ੍ਹ ਲੈਣੀ ਸਿੱਧੀ। ਕਲਾਈਮੇਟ ਕਿੱਦਾਂ ਹੈ, ਇਟ ਗਰੋਜ਼ ਇਨ ਕੂਲ ਕਲਾਈਮੇਟ। ਠੀਕ ਹੈ, ਕੂਲ ਕਲਾਈਮੇਟ 'ਚ ਉਗਦਾ ਹੈਗਾ ਬੂਟਾ। ਠੀਕ ਹੈ, ਇਹ ਲਾਈਟ ਫਰੋਸਟ ਕੈਨ ਈਵਨ ਇੰਪਰੂਵ ਦਾ ਫਲੇਵਰ। ਥੋੜ੍ਹਾ ਜਿਹਾ ਕੋਰਾ ਪੈਣਾ ਚਾਹੀਦਾ। ਠੀਕ ਹੈ, ਫਰੋਸਟ ਪੈਣਾ ਚਾਹੀਦਾ। ਰੇਨਫੋਲ ਵਾਟਰ ਰਿਕੁਆਇਰਮੈਂਟ 25 ਤੋਂ 40 ਸੈਂਟੀਮੀਟਰ ਦੇ ਵਿੱਚ ਬਾਰਿਸ਼ ਹੋਣੀ ਚਾਹੀਦੀ ਹੈ। ਟੈਂਪਰੇਚਰ 22 ਤੋਂ 25। ਮਿੱਟੀ ਇਹਨੂੰ ਚਾਹੀਦੀ ਹੈਵੀ ਸੋਇਲ ਇਨ ਗੁੱਡ ਫਾਰ ਮਸਟਰਡ, ਲਾਈਟ ਟੂ ਹੈਵੀ ਸੋਇਲ ਗੁੱਡ ਫਾਰ ਮਸਟਰਡ। ਇਰੀਗੇਸ਼ਨ ਤੁਸੀਂ ਜਿਹੜੀ ਹੈਗੀ ਪੜ੍ਹੋ ਨਾ ਪੜ੍ਹੋ ਕੋਈ ਗੱਲ ਨਹੀਂ। ਔਰ ਇਹਦੀਆਂ ਵੈਰਾਈਟੀ ਵੀ ਇਹਦੇ ਨਾਮ ਮੈਂ ਤੁਹਾਨੂੰ ਦੱਸਣਾ, ਵੀਡੀਓ ਜੂਮ ਪੌਜ਼ ਕਰਕੇ ਇਹਦੇ ਨਾਮ ਨੋਟ ਕਰ ਲਿਓ। RH 0749, 046 406, RH T59 ਵਰੁਣਾ। ਠੀਕ ਹੈ, ਪੂਸਾ ਅਗਰਨੀ, ਮਸਟਰਡ 21, ਮਸਟਰਡ 24, NPJ 112, ਪੂਸਾ ਮਸਟਰਡ 26, ਮਸਟਰਡ 28। ਠੀਕ ਹੈ, ਔਰ ਸੋਇੰਗ ਸਪੇਸਿੰਗ ਜਿਹੜੀ ਹੈਗੀ ਹੈ ਇਹ ਥੋੜ੍ਹੀ ਬਹੁਤੀ ਪੜ੍ਹ ਲਿਓ। ਠੀਕ ਹੈ, ਹਾਰਵੈਸਟਿੰਗ। ਨੈਕਸਟ ਹੈ ਬਰਸੀਮ। is a fast growing high quality forage that is mainly cut and feed as a green chopped forage। ਬਰਸੀਨ ਜਿਹੜਾ ਹੈਗਾ ਇਹ ਪੱਠਿਆਂ ਡੰਗਰਾਂ ਨੂੰ ਵਗੈਰਾ ਨੂੰ ਪਾਉਣ ਲਈ ਹੁੰਦਾ। ਠੀਕ ਹੈ, ਔਰ ਤੁਸੀਂ ਇਹਦੇ ਵਿੱਚ ਮੇਨ ਕਰਨਾ ਬਰਸੀਮ ਰਿਕੁਆਇਰ ਡਰਾਈ ਐਂਡ ਕੂਲ ਕਲਾਈਮੇਟ ਫਾਰ ਇਟਸ ਨੋਰਮਲ ਗਰੋਥ। ਟੈਂਪਰੇਚਰ ਕਿੱਦਾਂ ਦਾ ਚਾਹੀਦਾ, ਡਰਾਈ ਖੁਸ਼ਕ ਹੋਣਾ ਚਾਹੀਦਾ, ਬਾਰਿਸ਼ ਨਹੀਂ ਪੈਣੀ ਚਾਹੀਦੀ ਬਹੁਤ ਜ਼ਿਆਦਾ। ਐਂਡ ਕੂਲ ਕਲਾਈਮੇਟ ਫਾਰ ਇਟਸ, ਠੀਕ ਹੈ, ਫਾਰ ਇਟਸ ਨੋਰਮਲ ਗਰੋਥ। ਔਰ ਰੇਨਫੋਲ ਨੂੰ ਚਾਹੀਦੀ 550 ਤੋਂ ਲੈ ਕੇ 750 ਮਿਲੀਮੀਟਰ ਦੇ ਵਿੱਚ। ਠੀਕ ਹੈ, ਸੈਂਟੀਮੀਟਰ ਮਿਲੀਮੀਟਰ। ਟੈਂਪਰੇਚਰ ਕਿੰਨਾ ਹੈਗਾ 15 ਤੋਂ 27 ਡਿਗਰੀ।
ठीक है। और ਇਹ ਸੈਂਡੀ ਲੋਮ ਜਿਹੜੀ ਸੋਇਲ ਹੈਗੀ ਆ ਉਹ ਵਧੀਆ ਹੈਗੀ ਇਹਦੀ। ਬਰਸੀਮ ਦੀਆਂ ਵੈਰਾਈਟੀਜ਼ BL1 10 42 43, ਠੀਕ ਹੈ। ਅਤੇ ਮਿਸਕਾਵੀ, ਵਰਦਾਨ, ਠੀਕ ਹੈ, ਇੱਦਾਂ ਦੇ ਨਾਮ ਆ ਸਕਦੇ ਹੋ। ਮਿਸਕਾਵੀ ਹੋ ਗਿਆ, ਵਰਦਾਨ ਹੋ ਗਿਆ, BLY HF 600 BL 180, ਠੀਕ ਹੈ, ਨੋਟ ਕਰ ਲਿਓ। ਨੈਕਸਟ ਹੈਗਾ ਟਾਈਮ ਆਫ ਸੋਇੰਗ, ਇੱਕ ਆ ਪੜ੍ਹ ਲਿਓ, ਥੋੜ੍ਹਾ ਬਹੁਤ ਮਤਲਬ ਜ਼ਿਆਦਾ ਡਿਟੇਲ ਜਾਣ ਦੀ ਹੈ ਨਹੀਂ ਜ਼ਰੂਰਤ, ਇੱਕ ਪੁਆਇੰਟ ਹੈਗਾ। ਨੈਕਸਟ ਹੈਗਾ ਨੈਕਸਟ ਪੇਜ ਨੰਬਰ ਜਿਹੜਾ ਹੈਗਾ 63 ਹੈਗਾ ਐਗਰੋ ਫੋਰੈਸਟਰੀ। ਐਗਰੋ ਫੋਰੈਸਟਰੀ ਹੁੰਦੀ ਕੀ ਹੈ? ਐਗਰੋ ਫੋਰੈਸਟਰੀ ਇਜ਼ ਡਿਫਾਈਨਡ ਐਜ਼ ਐਗਰੀਕਲਚਰ ਵਿਦ ਟਰੀਜ਼। ਮਤਲਬ ਆ ਤੁਸੀਂ ਦੇਖ ਸਕਦੇ ਹੋ ਫੋਟੋ, ਮਤਲਬ ਨਾਲ ਖੇਤੀਬਾੜੀ ਕਰਨੀ ਅਤੇ ਨਾਲ ਦਰਖਤ ਲਗਾਉਣੇ ਨਾਲ ਉਹਦੇ, ਠੀਕ ਹੈ। ਐਗਰੀਕਲਚਰ ਔਰ ਟਰੀਜ਼ ਦਾ ਜਿਹੜਾ ਕੰਬੀਨੇਸ਼ਨ, ਡੈਟ ਇਜ਼ ਐਗਰੋ ਫੋਰੈਸਟਰੀ। ਇਟ ਇਜ਼ ਮੈਨੇਜਮੈਂਟ ਐਂਡ integration of trees, crop and livestock on the named plot of land and can be integral component of productive agriculture. It may include existing native forest and forest established wild land holder. The main objective of agroforestry is to meet the demand of farmers, ਫੂਡ, ਫਿਊਲ, ਫੋਡਰ, ਫਾਈਬਰ, ਮਤਲਬ ਇਹ ਜਿਹੜੇ ਸਾਰੇ ਜਿਹੜੀਆਂ ਚੀਜ਼ਾਂ, ਫੂਡ ਵੀ ਮਿਲ ਜੇ, ਫਿਊਲ ਵੀ ਮਿਲ ਜੇ, ਫੋਡਰ ਡੰਗਰਾਂ ਨੂੰ ਆਪਣੇ ਪੱਠੇ ਵਗੈਰਾ ਪਾਉਂਦੇ ਆ, ਫਾਈਬਰ ਮਿਲ ਜੇ, ਫਰਟੀਲਾਈਜ਼ਰ ਖਾਦ ਮਿਲ ਜੇ, ਇਹ ਇਹਦਾ ਮੇਨ ਮੋਟਿਵ ਹੁੰਦਾ, ਠੀਕ ਹੈ। ਔਰ ਇਹਦੇ ਵਿੱਚੋਂ ਪ੍ਰਿੰਸੀਪਲ, ਇਹਦੇ ਸਿਧਾਂਤ ਕਿਹੜੇ ਕਿਹੜੇ ਹੈਗੇ ਆ, ਇਹਨੂੰ ਇੱਕ ਵਾਰੀ ਤੁਸੀਂ ਰੀਡ ਕਰ ਲਿਓ ਥੋੜ੍ਹਾ ਬਹੁਤਾ, ਠੀਕ ਹੈ। ਔਰ ਇਹਦੇ ਵਿੱਚ ਜ਼ਿਆਦਾ ਹੈਗੀ ਨਹੀਂ ਜ਼ਰੂਰਤ ਮਤਲਬ ਕਰਨ ਦੀ, ਠੀਕ ਹੈ। ਨੈਕਸਟ ਕਲਾਸੀਫਿਕੇਸ਼ਨ ਬੇਸਡ ਔਨ ਦਾ ਡੋਮੀਨੈਂਸ ਆਫ ਕੰਪੋਨੈਂਟ। ਹੁਣ ਤੇ ਦੇਖਿਓ ਇਹਦੇ ਵਿੱਚ on the basis of dominance of component the system is further classified into the following categories. ਇੱਕ ਹੁੰਦਾ ਸਿਲਵੋ ਐਗਰੀਕਲਚਰ। ਹੇਅਰ ਸਿਲਵੀ ਦੇਖੋ, ਸਿਲਵੀਕਲਚਰ ਦਾ ਮਤਲਬ ਹੁੰਦਾ, ਪੇਪਰ 'ਚ ਆਇਆ ਸੀ ਪਿਛਲੀ ਵਾਰ, ਸਿਲਵੀਕਲਚਰ ਜਿਹੜਾ ਹੁੰਦਾ ਫੋਰੈਸਟ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਔਰ ਹੇਅਰ ਸਿਲਵੀਕਲਚਰ ਇਜ਼ ਦਾ ਪ੍ਰਾਇਮਰੀ ਏਮ ਆਫ ਲੈਂਡ ਯੂਰ। ਜਿਹੜਾ ਸਿਲਵੋ ਐਗਰੀਕਲਚਰ ਹੈ ਨਾ, ਸਿਲਵੋ ਪਹਿਲਾਂ ਲਿਖੇ ਦਾ, ਇਹਦਾ ਮਤਲਬ ਜਿਹੜਾ ਮੇਨ ਮੋਟਿਵ ਹੈਗਾ ਸਿਲਵੀਕਲਚਰ ਮਤਲਬ ਫੋਰੈਸਟ ਦਾ, ਠੀਕ ਹੈ। ਟਰੀਜ਼ constitute the major component while agriculture crops are integrated with them। ਮਤਲਬ ਜ਼ਿਆਦਾ ਕੀ ਹੈ, ਜ਼ਿਆਦਾ ਹੁੰਦਾ ਕਿ ਪੇੜ ਪੌਦੇ ਲਗਾਉਣੇ ਔਰ ਫਸਲ ਘੱਟ ਲਗਾਉਣੀ। ਐਗਜ਼ਾਮਪਲ ਦੇ ਦਿਓ, ਸ਼ਿਫਟਿੰਗ ਕਲਟੀਵੇਸ਼ਨ, ਠੀਕ ਹੈ, ਔਰ ਤਨੂਗਿਆ ਕਲਟੀਵੇਸ਼ਨ ਜਿਹੜੀਆਂ ਹੈਗੀਆਂ ਇਹ ਸਿਲਵੋ ਐਗਰੀਕਲਚਰ ਦਾ ਪਾਰਟ ਹੈਗੀਆਂ। ਅੱਗੇ ਆਉਂਦਾ ਐਗਰੋ ਸਿਲਵੀਕਲਚਰ। ਐਗਰੀਕਲਚਰ ਵਿੱਚ ਪ੍ਰਾਇਮਰੀ ਹੁੰਦਾ, ਮੇਨ ਖੇਤੀਬਾੜੀ ਹੁੰਦਾ, ਅਤੇ ਟਰੀਜ਼ ਜਿਹੜਾ ਉਹ ਸੈਕੰਡਰੀ ਪਾਰਟ ਹੁੰਦਾ, ਠੀਕ ਹੈ। ਇੱਕ ਆਹ ਨੋਟ ਕਰ ਲਿਓ। ਇੱਕ ਕਹਿੰਦਾ ਸਿਲਵੋ ਪਾਸਚਰ। ਟਰੀਜ਼ ਕੌਨਸਟੀਟਿਊਟ ਦਾ ਮੇਜਰ, ਦਰਖਤ ਲਗਾਉਣਾ ਜਿਹੜਾ ਹੈਗਾ ਉਹ ਮੇਜਰ ਹਿੱਸਾ, ਵਿਦ ਪਾਸਚਰ ਐਜ਼ ਸੈਕੰਡਰੀ। ਔਰ ਜਿਹੜਾ ਪਾਸਚਰ ਵੀ ਜਿਹੜਾ ਪੱਠੇ ਪੁੱਠੇ ਵੀ ਡੰਗਰਾਂ ਨੂੰ ਪਾਉਂਦੇ ਹੈਗੇ ਆ ਉਹ ਸੈਕਿੰਡ ਪਾਰਟ ਜਿਹੜਾ ਹੁੰਦਾ, ਠੀਕ ਹੈ। ਔਰ ਪੈਸਟੋਰਲ ਸਿਲਵੀਕਲਚਰ ਦੇ ਵਿੱਚ ਪਾਸਚਰ ਪਹਿਲਾ ਹੈਗਾ ਡੰਗਰਾਂ ਦਾ, ਔਰ ਟਰੀਜ਼ ਲਗਾਉਣਾ ਸੈਕੰਡਰੀ ਹੋ ਜਾਂਦਾ, ਠੀਕ ਹੈ। ਔਰ ਨੈਕਸਟ ਹੈ ਐਗਰਾ ਸਿਲਵੋ ਪਾਸਚਰ। ਇਟ ਇਜ਼ ਅ ਕੰਬੀਨੇਸ਼ਨ ਆਫ ਕ੍ਰੌਪ, ਟਰੀਜ਼ ਐਂਡ ਪਾਸਚਰ, ਸਾਰਿਆਂ ਦਾ ਜਿਹੜਾ ਸਮੂਹ ਹੁੰਦਾ ਹੈ, ਠੀਕ ਹੈ। ਉਹਨਾਂ ਨੂੰ ਕੀ ਬੋਲਦੇ ਆ? ਐਗਰਾ ਮਤਲਬ ਐਗਰੀਕਲਚਰ, ਸਿਲਵੋ ਮਤਲਬ ਸਿਲਵੀ ਟਰੀਜ਼, ਐਂਡ ਪਾਸਚਰ ਮਤਲਬ ਘਾਹ ਦੇ ਮੈਦਾਨ, ਮਤਲਬ ਡੰਗਰਾਂ ਦਾ ਚਾਰਾ, ਠੀਕ ਹੈ। ਆ ਨੋਟ ਕਰ ਲਿਓ ਅੱਛੀ ਤਰ੍ਹਾਂ। ਨੈਕਸਟ ਪੇਜ ਨੰਬਰ 73 ਹੈਗਾ। ਇਸ ਤੋਂ ਬਾਅਦ ਐਗਰੋ ਫੋਰੈਸਟਰੀ ਟਰੀਜ਼ ਆਫ ਪੰਜਾਬ, ਮਤਲਬ ਜਿਹੜੀ ਦਰਖਤਾਂ ਦੀ ਗੱਲ ਕਰੀਏ, ਪੇੜ ਪੌਦਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ। ਟਰੀਜ਼ ਸਿਲੈਕਸ਼ਨ ਫਾਰ ਵੇਰੀਅਸ ਐਗਰੋ ਕਲਾਈਮੈਟਿਕ ਜ਼ੋਨ ਆਫ ਪੰਜਾਬ ਔਨ ਦਾ ਬੇਸਿਸ ਆਫ ਕਲਾਈਮੇਟ। ਪੰਜਾਬ ਇਜ਼ ਡਿਵਾਈਡਡ ਇੰਟੂ 3 ਮੇਜਰ ਐਗਰੋ ਕਲਾਈਮੈਟਿਕ ਜ਼ੋਨਸ। 3 ਹਿੱਸਿਆਂ ਵਿੱਚ ਵੰਡਿਆ ਗਿਆ। ਐਵਰੀ ਟਰੀ ਸਪੀਸੀਜ਼ ਨੀਡਸ ਡਿਫਰੈਂਟ ਸੋਇਲ, ਵਾਟਰ ਐਂਡ ਕਲਾਈਮੇਟ ਕੰਡੀਸ਼ਨ। ਕਿਸੇ ਵੀ ਦਰਖਤ ਨੂੰ ਹੋਣ ਦੇ ਲਈ, ਕਿਸੇ ਵੀ ਦਰਖਤ ਦੇ ਲਈ ਉਹਦੇ ਲਈ ਮਿੱਟੀ, ਉਹਦਾ ਪਾਣੀ, ਉਹਦਾ ਦਾ ਕਲਾਈਮੇਟ ਜਿਹੜਾ ਹੈਗਾ ਉਹ ਜਿਹੜਾ ਉੱਦਾਂ ਦਾ ਹੋਣਾ ਚਾਹੀਦਾ, ਠੀਕ ਹੈ। ਇਹ ਨਹੀਂ ਕਿ ਕੋਈ ਵੀ ਦਰਖਤ ਕਿਤੇ ਵੀ ਉੱਗ ਸਕਦਾ ਹੈਗਾ। ਪਹਿਲੀ ਜਿਹੜੀ ਕੈਟਾਗਰੀ ਆ ਉਹਨੂੰ ਬੋਲਦੇ ਸਬ ਮੌਂਟੇਨੀਅਸ ਜ਼ੋਨ। ਪੰਜਾਬ ਦੇ ਵਿੱਚ ਸਬ ਮੌਂਟੇਨੀਅਸ। ਦਾ ਟੋਪੋਗ੍ਰਾਫੀ ਲੈਂਡ ਦੀ ਬਣਤਰ ਨੂੰ ਕਹਿੰਦੇ ਆ। ਦਾ ਟੋਪੋਗ੍ਰਾਫੀ ਆਫ ਦਿਸ ਰੀਜਨ ਇਜ਼ undulating due to which soil erosion is a major problem in this area। ਪਹਾੜਾਂ ਦੇ ਵਿੱਚ ਦੇਖੋ ਹੁਣ ਮੇਜਰ ਪ੍ਰੋਬਲਮ ਜਿਹੜੀ ਹੁੰਦੀ ਸੋਇਲ ਇਰੋਜ਼ਨ ਦੀ ਹੈਗੀ, ਬਾਰਿਸ਼ ਪੈਂਦੀ ਹੈਗੀ ਹੈ, ਮਿੱਟੀ ਰੁੜ ਜਾਂਦੀ ਹੈਗੀ ਹੈ। ਇਰੀਗੇਸ਼ਨ ਫੈਸਿਲਿਟੀਜ਼ ਲੈਕਿੰਗ ਇਨ ਦਿਸ ਰੀਜਨ ਐਂਡ ਫਾਰਮਰ ਅਡੋਪਟ ਰੇਨ ਫੈਡ ਫੈਨਿੰਗ। ਇਰੀਗੇਸ਼ਨ ਘੱਟ ਹੋਣ ਕਰਕੇ ਲੋਕੀ ਜਿਹੜਾ ਰੇਨ ਦੇ ਉੱਪਰ ਡਿਪੈਂਡ ਕਰਦੇ ਹੈਗੇ ਆ। ਇਨ ਦਿਸ ਰੀਜਨ ਮੇਨਲੀ ਟਰੀਜ਼, ਖੈਰ ਕਿਹੜਾ ਦੇਖੋ ਟਰੀਜ਼ ਕਿਹੜੇ ਆ? ਖੈਰ, ਕਿੱਕਰ, ਟਾਹਲੀ, ਬੇਰ, ਤੂਤ, ਨਿੰਮ, ਮੈਂਗੋ, ਕਚਨਾਰ, ਬੇਲ, ਆਮਲਾ, ਫਲੀ,
दाख, छाल, बैन, सारे नाम जो याद कर लो, अर्जुन भी हैगा, ठीक है। एंड इन विंटर द ਸਕੈਰਸਿਟੀ ਆਫ ਵਾਟਰ ਇਜ਼ ਫੈਲਟ ਇਨ ਦਿਸ ਏਰੀਆ, ठीक है। और पट्ठे पुट्ठियां का जोड़ा है जुगाड़ जोड़ा घट होंगे सर्दियों के टू मीट द शॉर्टेज ऑफ वाटर इन द विंटर दिस डाक, छाल, बेरी, कचनार आर चॉप्ड फॉर फॉडर, मतलब ये चीज़ां जिहड़ियां कट के जिहड़ियां दरख्तां नूं उनके पत्ते पुत्ते कट के जिहड़े डंगरां नूं पाए जांदे आ। मैंगो एंड सिट्रस आल्सो ग्रोन अलोंग द टिम्बर ट्रीज इन ऑर्चर्ड इन दिस एरिया टू सेव द ऑर्चर्ड फ्रॉम द वाइल्ड लाइफ जट्रोपा, ठीक है, करोंदा एंड आइपोमिया लाइक shrubs are grown around the orchards. Again सेंट्रल प्लेन रीजन इस पॉपूलर ज़्यादा होंदा सफेदा यूकलिप्टस जिहड़ा होंदा है। देखो यूकलिप्टस नूं याद कर लो, इनू एनवायरनमेंट दा एनिमी भी कहने आ। सफेदा जिहड़ा होंदा है इनू एनवायरनमेंट दा एनिमी कहने आ, क्योंकि बहुत ज़्यादा सॉइल पानी जिहड़ा हैगा बहुत ज़्यादा धरती विच खत्म कर दिंदा। एंड डेक आर ग्रोन अलोंग द इंटरक्रॉप्स ऑफ द रीजनस ऑफ पंजाब। नाउ साउथ वैसटर्न रीजन, साउथ वैसटर्न जिहड़ा हैगा इधर रेत बहुत ज़्यादा, जिधर द अंडरग्राउंड वाटर इन दिस रीजन इज सलाइन, धरती के नीचे इत्थे पानी जिहड़ा हैगा वो नमकीन हैगा, विच हैज़ रिजल्टेड इन सैलिनिटी एंड एल्कैनिटी प्रॉब्लम ऑफ सॉइल इन दिस रीजन। द ट्रीज लाइक कीकर, टाली, नीम, जामुन, अंब, दरेंक एंड तूत आर फाउंड। ये याद कर लो, इन्ना एरिया साउथ वैसटर्न के जोड़े है जोड़े दरख्त है सब तो ज़्यादा पाए जाते हैं। नैक्सट टॉपिक जोड़ा है वो इरीगेशन है, जोड़ा पानी आप लाने हैं फसलों वगैरह नूं सिंचाई करते हैं। टाइप्स जड़ियाँ है याद कर लो, सरफेस इरीगेशन होंगी है, ड्रिप इरीगेशन होंगी है, स्प्रिंकलर इरीगेशन, वैल एंड कैनाल इरीगेशन, टैंक इरीगेशन। सरफेस इरीगेशन क्या होंगी है? सरफेस इरीगेशन इज़ द ओल्डेस्ट फॉर्म ऑफ इरीगेशन। इन दिस सिस्टम नो इरीगेशन पंप इज़ इनवॉल्व, कोई पंप नहीं होंदा। हेयर वाटर इज़ डिस्ट्रीब्यूटेड अक्रॉस द लैंड बाय ग्रेविटी। इट इज़ मोस्ट कॉमन फॉर्म ऑफ इरीगेशन थ्रू आउट द वर्ल्ड। एडवांटेज ऑफ सरफेस इरीगेशन केड़े है एडवांटेज ये? नो इनिशियल कॉस्ट, ठीक है, ईजी मेंटेनेंस ऑफ द सिस्टम, कंपैटिबिलिटी विद ऑल सॉइल्स सिंस, ठीक है, नोट कर लो। नैक्सट तुहाडा आना ड्रिप इरीगेशन की होंदी है। इन दिस टाइप ड्रॉप्स ऑफ वाटर आर डिलीवर्ड नियर द रूट ऑफ प्लांट, ठीक है। इस मैथड के नाल की होंदा कि जिहड़ी प्लांट दी जिहड़ी रूट्स हैगियां उहदे बिल्कुल लागे लागे पानी दी बूंदां पहुँचाईयां जांदियां। इट हैज़ द पोटेंशियल टू सेव वाटर एंड न्यूट्रिएंट्स बाय अलोइंग वाटर टू ड्रिप slowly to the roots of plant either from above the soil surface or buried below the surface. The goal is to place water directly into the root zone and minimize evaporation. ਇਹਦਾ ਮੇਨ ਹੁੰਦਾ ਕਿ ਬੂੰਦ ਜਿਹੜੀ ਪਾਣੀ ਦੀ ਉਹ ਸਿੱਧੀ ਜੜ੍ਹਾਂ ਨੂੰ ਲੱਗੇ ਔਰ ਇਵੈਪੋਰੇਸ਼ਨ ਜਿਹੜਾ ਹੈ ਉਹ ਰੇਟ ਘਟਣਾ ਚਾਹੀਦਾ ਹੈਗਾ। ਅਮੰਗ ਆਲ ਦ ਇਰੀਗੇਸ਼ਨ ਮੈਥਡ ਡ੍ਰਿਪ ਇਰੀਗੇਸ਼ਨ ਇਜ਼ ਦ ਮੋਸਟ ਐਫੀਸ਼ੀਐਂਟ। ਜੇ ਤੁਹਾਨੂੰ ਪੇਪਰ 'ਚ ਆ ਜਾਏ ਕਿ ਕਿਹੜੀ ਸਭ ਤੋਂ ਵਧੀਆ ਹੁੰਦੀ ਹੈ ਤੇ ਆਨਸਰ ਆਏਗਾ ਇਹ ਡ੍ਰਿਪ ਇਰੀਗੇਸ਼ਨ। ਐਂਡ ਮੈਰਿਟ क्या ਹੁੰਦਾ ਇਹਦੀ मतलब फ़ायदा क्या है? फर्टिलाइज़र एंड न्यूट्रिएंट लॉस इज़ मिनिमाइज्ड, ठीक है, आप पढ़ लिओ, वैसे कोई गल नहीं हैगी। नैक्सट स्प्रिंकलर इरीगेशन आ देखो जिदा तुम देख रहे हो जोड़ा पानी है स्प्रिंकल करता है पाइपों के थ्रू। इट इज़ द मैथड वाटर इज़ द स्प्रेड इन टू एयर एंड अलाउड टू फॉल ऑन द ग्राउंड सरफेस समवट रिजेंबलिंग रेनफॉल की तरह पानी गिरता है, ठीक है। तो यदी मेन मैरिट की है? सूटेबल टू ऑल टाइप ऑफ सॉयल एक्सैप्ट हैवी क्ले, ठीक है, सारिਆਂ ਲਈ ਵਧੀਆ ਹੈਗੀ पर हैवी जिते क्ले ज़्यादा उत्थे नहीं ये मैथड ਵਧੀਆ लैंदा। वाटर सेव रहिंदा हैगा, इनक्रीज इन यील्ड, झाड़ ज़्यादा होंदा, ठीक है। वैल एंड ट्यूबवैल मैथड जिहड़ा सब तो ज़्यादा यूपी बिहार तो तमिलनाडु च होंदा है, एक दिन नोट कर लो, ठीक है, जो पेपर जा जाए। हाँ, ट्यूबवैल्स आर मोस्टली यूजड यूपी हरियाणा पंजाब बिहार एंड गुजरात, ये भी नोट कर लो। ट्यूबवैल सब तो ज़्यादा इन्होंने स्टेटा च होंदे हैं, ठीक है। नैक्सट है टैंक इरीगेशन। आ देखो जिदा तुम फोटो देख लो, टैंक इरीगेशन की होंगी है। ये सब तो ज़्यादा कितने? करनाटक प्लेट्यू वाली साइड, मध्य प्रदेश, महाराष्ट्र, उड़ीसा, केरला, बुंदेलखंड एरिया ऑफ यूपी, राजस्थान, गुजरात, इतने टैंक इरीगेशन होंगी है। पानी नूं स्टोर किया जाता टैंकों के विच। नैक्सट टॉपिक पेज नंबर 85 ते हैगा, ठीक है। आ सतलुज रिवर हैगी है, ये लागे है रोपड़ हैडवे, ठीक है, रोपड़ हैड वाटर हैगा।
ठीक है। ਇਹਦੇ ਵਿੱਚੋਂ ਹੁਣ ਤੁਹਾਨੂੰ ਜਿਹੜਾ ਮੇਨ ਚੀਜ਼ ਹੈ ਡਿਵੈਲਪਮੈਂਟ ਆਫ ਕੈਨਾਲਸ ਜਿਹੜੀਆਂ ਨਹਿਰਾਂ ਜਿਹੜੀਆਂ ਬਣੀਆਂ ਸੀ, ਠੀਕ ਹੈ। ਬਿਫੋਰ 1947 ਹੈਡ ਵਰਕ ਐਟ ਰੋਪਰ ਵਰਕ ਕੰਸਟਰਕਟਡ ਇਨ ਈਅਰ 1874-82 ਫਾਰ ਯੂਟੀਲਾਈਜ਼ਿੰਗ ਵਾਟਰ ਆਫ ਸਤਲੁਜ ਇਨ ਓਲਡ ਸਰਹਿੰਦ ਕਨਾਲ, ਠੀਕ ਹੈ। ਸਰਹਿੰਦ ਕਨਾਲ ਜਿਹੜੀ ਹੈਗੀ ਆ ਉਹਦੇ ਵਿੱਚ ਪਾਣੀ ਜਿਹੜਾ ਹੈਗਾ ਛੱਡਣਾ ਮੇਨ ਜਿਹੜਾ ਹੀ ਮਕਸਦ ਹੀ ਪਹਿਲੀ ਵਾਰ ਰੋਪੜ ਹੈਡ ਵਾਟਰ 'ਚੋਂ। ਔਰ ਅਪਰ ਬਾਰੀ ਦੁਆਬ ਕਨਾਲ ਵਨ ਆਫ ਦਾ ਓਲਡੈਸਟ ਕਨਾਲ ਇੰਡੀਆ ਇਜ਼ ਫਸਟ ਬਿਲਟ ਬਾਏ ਐਂਪਾਇਰ ਸ਼ਾਹਜਹਾਂ। ਇਹ ਵੀ ਨੋਟ ਕਰ ਲਓ ਕਿਹੜੇ ਸ਼ਾਹਜਹਾਂ ਨੇ ਬਣਾਈ ਸੀ ਪਹਿਲੀ ਵਾਰ UBDC ਅਪਰ ਬਾਰੀ ਦੁਆਬ ਕਨਾਲ ਇਨ ਈਅਰ 1693 ਫਾਰ ਕੈਰਿੰਗ ਵਾਟਰ ਆਫ ਸਤਲੁਜ ਰਿਵਰ ਰਾਵੀ ਫਰੋਮ ਮਾਧੋਪੁਰ ਟੂ ਲਾਹੌਰ, ਠੀਕ ਹੈ। ਨੋਟ ਕਰ ਲਿਓ ਸਤਲੁਜ 1693 ਦੇ ਵਿੱਚ ਬਣੀ ਸੀ ਨਹਿਰ ਅਪਰ ਬਾਰੀ ਦੁਆਬ ਕਨਾਲ, ਸ਼ਾਹਜਹਾਂ ਨੇ ਬਣਾਈ ਸੀ, ਠੀਕ ਹੈ। 1693 ਬਹੁਤ ਪੁਰਾਣੀ ਗੱਲ ਹੈ। ਇੰਪਰੂਵਮੈਂਟ ਇਨ ਕਨਾਲ ਮੇਡ ਬਾਏ ਮਹਾਰਾਜਾ ਰਣਜੀਤ ਸਿੰਘ 19th ਸੈਂਚੁਰੀ, ਔਰ ਬਾਅਦ 'ਚ ਇਹਦੇ ਵਿੱਚ ਜਿਹੜੀ ਹੈਗੀ ਹੈ ਭੰਨ ਤੋੜ ਕਰਵਾਈ ਮਹਾਰਾਜਾ ਰਣਜੀਤ ਸਿੰਘ ਨੇ ਠੀਕ ਕਰਵਾਈ ਸੀ, ਠੀਕ ਹੈ। ਨੈਕਸਟ ਹੁਸੈਨ ਵਾਲਾ ਹੈਡ ਵਰਕ ਵਾਸ ਕੰਸਟਰਕਟਡ ਇਨ 1927। ਹੁਸੈਨ ਵਾਲਾ ਹੈਡ ਵਰਕ ਜਿਹੜਾ ਹੈਗਾ ਇਹ ਕੰਮ ਕਿੱਥੇ ਹੋਇਆ ਸੀ, ਕਦੋਂ ਹੋਇਆ 1927 'ਚ ਫਿਰੋਜ਼ਪੁਰ ਫਾਰ ਯੂਟੀਲਾਈਜ਼ਿੰਗ ਸਤਲੁਜ ਵਿਆਸ ਵਾਟਰ ਥਰੂ ਦਾ ਬੀਕਾਨੇਰ ਕਨਾਲ, ਠੀਕ ਹੈ। ਵਿਆਸ ਔਰ ਸਤਲੁਜ ਦਾ ਪਾਣੀ ਜਿਹੜਾ ਹੈਗਾ ਉਹ ਬੀਕਾਨੇਰ ਕਨਾਲ ਲੈ ਕੇ ਜਾਣਾ ਉੱਧਰ ਵਾਲੀ ਸਾਈਡ। ਨੈਕਸਟ ਇਹ ਤੋਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ। ਭਾਖੜਾ ਡੈਮ ਕਦੋਂ ਬਣਿਆ 1693 'ਚ, ਕਿਹੜੀ ਨਦੀ ਦੇ ਉੱਪਰ ਸਤਲੁਜ, ਔਰ ਹੈ ਕਿੱਥੇ ਹਿਮਾਚਲ 'ਚ ਭਾਖੜਾ ਨਾਮ ਦੇ। ਨੰਗਲ ਡੈਮ 1948 'ਚ ਬਣੇ ਦਾ ਸਤਲੁਜ ਨਦੀ ਦੇ ਉੱਪਰ ਹੈ ਅਤੇ ਭਾਖੜਾ ਡੈਮ ਦੇ ਲਾਗੇ ਹੀ ਹੈ ਵੀ। ਨੰਗਲ ਹਾਈਡਲ ਚੈਨਲ ਜਿਹੜੀ ਹੈਗੀ ਹੈ 1954 'ਚ ਬਣੀ ਹੈ ਸਤਲੁਜ ਦੇ ਉੱਪਰ, ਇਹ ਨੰਗਲ ਡੈਮ ਦੇ ਲਾਗੇ ਹੈਗੀ ਹੈ। ਭਾਖੜਾ ਮੇਨ ਲਾਈਨ ਕੈਨਾਲ ਜਿਹੜੀ ਹੈਗੀ ਹੈ ਇਹ ਵੀ ਪੜ੍ਹ ਲਓ ਤੁਸੀਂ। ਹਰੀਕੇ ਹੈਡ ਵਰਕ ਕਿੱਥੇ ਹੈਗਾ, ਇਹ ਸਤਲੁਜ ਵਿਆਸ ਨਦੀਆਂ ਦੇ ਲਾਗੇ ਹੈਗਾ ਔਰ ਹਰੀਕੇ ਨਾਮ ਦੀ ਜਗ੍ਹਾ 'ਚ। ਮਾਧੋਪੁਰ ਵਿਆਸ ਲਿੰਕ ਕਿੱਥੇ ਹੈਗਾ, ਵਿਆਸ ਔਰ ਸਤਲੁਜ ਦਾ ਮੇਨ ਪੁਆਇੰਟ ਹੈਗਾ ਔਰ ਹੈ ਕਿੱਥੇ ਮਾਧੋਪੁਰ। ਪੌਂਗ ਡੈਮ ਇਹ 1974 'ਚ ਬਣਿਆ ਸੀ ਬਿਆਸ ਨਦੀ ਦੇ ਉੱਪਰ ਔਰ ਹੈ ਕਿੱਥੇ ਹੈ, ਇਹ ਪੌਂਗ ਜਿਹੜਾ ਹੈਗਾ ਉਹਦੇ ਲਾਗੇ ਹੀ ਹੈ। ਵਿਆਸ ਸਤਲੁਜ ਲਿੰਕ ਇਹ 1977 'ਚ ਬਣਿਆ, ਵਿਆਸ ਔਰ ਸਤਲੁਜ ਨੂੰ ਲਿੰਕ ਕਰਦਾ। ਪੰਡੋ ਡੈਮ ਪੰਡੋ ਹਿਮਾਚਲ ਦੇ ਲਾਗੇ ਦਾ, ਠੀਕ ਹੈ, ਇਹ ਪੁਆਇੰਟ ਹੈਗਾ। ਰਣਜੀਤ ਸਾਗਰ ਡੈਮ ਜਿਹਨੂੰ ਥੀਨ ਡੈਮ ਵੀ ਕਹਿੰਦੇ ਆ, ਇਹ 2000 'ਚ ਬਣਿਆ ਸੀ, ਰਾਵੀ ਨਦੀ ਦੇ ਉੱਪਰ ਹੈ ਔਰ ਇਹ ਪਠਾਨਕੋਟ ਵਿੱਚ ਹੈ। ਸ਼ਾਹਪੁਰ ਕੰਡੀ ਡੈਮ 2006-07 'ਚ ਬਣਿਆ ਸੀ ਔਰ ਇਹ ਵੀ ਰਾਵੀ ਨਦੀ ਜਿਹੜਾ ਹੈਗਾ ਮੇਨ ਪਠਾਨਕੋਟ ਜ਼ਿਲ੍ਹੇ ਵਿੱਚ ਹੀ ਹੈ। ਨੈਕਸਟ ਪੇਜ ਨੰਬਰ 107 ਹੈਗਾ। ਇਹਦੇ ਵਿੱਚ ਤੁਸੀਂ ਮੈਗਾ ਫੂਡ ਪਾਰਕ ਅਗਰ ਆ ਜਾਏ ਤੁਹਾਨੂੰ, ਮੈਗਾ ਫੂਡ ਪਾਰਕ ਹਾਈ ਕੁਆਲਿਟੀ ਫੂਡ ਪ੍ਰੋਸੈਸਿੰਗ ਇਨਫਰਾਸਟਰਕਚਰ ਵੀ ਕਹਿੰਦੇ ਆ, ਅਤੇ ਤੁਸੀਂ ਇਹਨੂੰ ਕਰਨਾ ਹੈਗਾ ਯਾਦ। ਪਹਿਲਾ ਹੈਗਾ ਸੁਖਜੀਤ ਮੈਗਾ ਫੂਡ ਪਾਰਕ, ਇਹ ਕਿੱਥੇ ਹੈਗਾ ਕਪੂਰਥਲੇ ਵਿੱਚ, ਠੀਕ ਹੈ। ਅਤੇ ਕਿੱਥੇ ਹੈ ਇੰਟਰਨੈਸ਼ਨਲ ਮੈਗਾ ਫੂਡ ਪਾਰਕ, ਇਹ ਫਜ਼ਿਲਕੇ 'ਚ ਹੈ। ਫਿਰ ਆ ਜਾਏ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਮੈਗਾ ਫੂਡ ਪਾਰਕ, ਇਹ ਲੁਧਿਆਣੇ ਲਾਡੋਵਾਲ ਦੇ ਵਿੱਚ ਹੈ, ਠੀਕ ਹੈ। ਹੁਣ ਧਿਆਨ ਸੁਣੋ, ਪਹਿਲਾ ਹੈਗਾ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਮੈਗਾ ਫੂਡ ਪਾਰਕ, ਠੀਕ ਹੈ। ਗ੍ਰੀਨ ਬਿੰਦੀ ਤੁਸੀਂ ਦੇਖੀ ਹੋਣੀ ਹੈ, ਇਹ ਲੁਧਿਆਣੇ ਲਾਡੋਵਾਲ ਵਿੱਚ ਹੈ ਔਰ ਏਰੀਆ ਕਿੰਨਾ 100 ਏਕੜ ਦੇ ਵਿੱਚ ਫੈਲਿਆ ਹੋਇਆ, ਠੀਕ ਹੈ। ਔਰ ਇਹਨੂੰ ਚਲਾ ਕੌਣ ਰਹੇ ਆ, ਆਈ ਥਿੰਕ ਇਹ ਇੰਨਾ ਜ਼ਰੂਰਤ ਨਹੀਂ ਹੈ, ਫਿਰ ਵੀ ਤੁਸੀਂ ਨਜ਼ਰ ਮਾਰ ਲਿਓ, ਠੀਕ ਹੈ, ਕੌਣ ਚਲਾ ਰਹੀ ਹੈ, ਠੀਕ ਹੈ। ਨੈਕਸਟ ਆਉਂਦਾ ਤੁਹਾਡਾ ਸੁਖਜੀਤ ਮੈਗਾ ਫੂਡ ਪਾਰਕ, ਇਹ ਫਗਵਾੜਾ ਕਪੂਰਥਲਾ 'ਚ ਹੈ, 55 ਏਕੜ ਦੇ ਵਿੱਚ ਫੈਲਿਆ, ਠੀਕ ਹੈ। ਔਰ ਨੈਕਸਟ ਹੈਗਾ ਤੁਹਾਡਾ ਇੰਟਰਨੈਸ਼ਨਲ ਮੈਗਾ ਫੂਡ ਪਾਰਕ, ਇਹ ਫਜ਼ਿਲਕਾ ਵਿੱਚ ਹੈ, 55 ਏਕੜ ਜਿਹੜਾ ਹੈ ਏਰੀਏ ਦੇ ਵਿੱਚ ਫੈਲਿਆ ਹੋਇਆ।